यूरोप च ਜ਼ਿਮੀਂਦਾਰਾ ਕੰਮ ਕਰਨਾ ਕੋਈ ਸੌਖੀ ਜੀ ਗੱਲ ਨਹੀਂ ਹੈ। ਟਰੈਕਟਰ ਵਾਲਾ ਗੋਰਾ ਬਾਬਾ ਜ਼ਿਮੀਂਦਾਰ ਸੀ, ਲੇਕਿਨ ਇਹ ਬੜਾ ਹੁਸ਼ਿਆਰ ਸੀ। ਜਵਾਨ ਕਹਿੰਦਾ ਮੈਂ ਵੀ ਕੰਮ ਢੂੰਡਦਾ ਸੀ ਪਿਆ, ਕਾਫੀ ਦੇਰ ਤੋਂ ਮੈਨੂੰ ਕੰਮ ਨਹੀਂ ਸੀ ਲੱਭਦਾ ਪਿਆ। ਕਹਿੰਦਾ ਮੈਂ ਘਰੋਂ ਬਾਹਰ ਨਿਕਲਿਆ ਤੇ ਸਾਡੇ ਘਰ ਦੇ ਸਾਹਮਣੇ ਬਿਲਕੁਲ ਮਾਰਕੀਟ ਹੈ। ਕਹਿੰਦਾ ਉੱਥੇ ਆ ਕੇ ਇੱਕ ਗੱਡੀ ਖਲੋਤੀ ਤੇ ਉਹਦੇ 'ਚ ਇੱਕ ਬਾਬਾ ਨਿਕਲਿਆ। ਉਹਨੇ ਕੋਈ ਪਾਲਕ ਚੁੱਕੀ, ਕੋਈ ਧਨੀਆ ਚੁੱਕਿਆ, ਕਹਿੰਦਾ ਅਸਰਾ ਚੁੱਕੇ ਤੇ ਮਾਰਕੀਟ ਦੇ ਅੰਦਰ ਟੁਰ ਗਿਆ। ਕਹਿੰਦਾ ਮੈਂ ਕਿਹਾ ਇਸ ਬਾਬੇ ਦਾ ਜ਼ਰੂਰ ਜ਼ਿਮੀਂਦਾਰਾ ਕੰਮ ਹੈ, ਇਹਦੇ ਕੋਲ ਜਾ ਕੇ ਮੈਂ ਕੰਮ ਦਾ ਪੁੱਛਣਾ। ਕਹਿੰਦਾ ਜਿਉਂ ਹੀ ਉਹ ਮਾਰਕੀਟ 'ਚੋਂ ਬਾਹਰ ਨਿਕਲਿਆ ਮੈਂ ਉਹਨੂੰ ਹੈਲੋ ਕੀਤਾ, ਉਹਨੇ ਵੀ ਅੱਗੋਂ ਮੈਨੂੰ ਹੈਲੋ ਕੀਤਾ। ਕਹਿੰਦਾ ਮੈਂ ਉਹਨੂੰ ਆਖਿਆ ਕਿ ਮੈਨੂੰ ਵਰਕ ਚਾਹੀਦਾ। ਉਹ ਕਹਿੰਦਾ ਤੈਨੂੰ ਵਰਕ ਚਾਹੀਦਾ? ਕਹਿੰਦਾ ਮੈਂ ਅੱਗੋਂ ਧੋਣ ਲਾਈ, ਮੈਨੂੰ ਕਹਿੰਦਾ ਬਹਿ ਗੱਡੀ 'ਚ। ਕਹਿੰਦਾ ਮੈਂ ਗੱਡੀ 'ਚ ਬਹਿ ਗਿਆ। ਕਹਿੰਦਾ ਮੈਨੂੰ ਪੁੱਛਦਾ ਤੇਰਾ ਨਾਂ ਕੀ ਹੈ? ਕਹਿੰਦਾ ਮੈਂ ਆਪਣਾ ਨਾਂ ਦੱਸਿਆ। ਕਹਿੰਦਾ ਨਾਲ ਹੀ ਉਹਨੇ ਗੱਡੀ ਚਲਾ ਲਈ। ਕਹਿੰਦਾ ਗੱਡੀ ਚਲਾ ਕੇ ਕਹਿੰਦਾ ਮੈਂ ਚੁੱਪ ਕਰਕੇ ਬਹਿ ਗਿਆ, ਕਿੰਨੀ ਦੇਰ ਤੋਂ ਤਾਂ ਮੈਂ ਵਿਹਲਾ ਸਾਂ। ਕਹਿੰਦਾ ਉਹਨੇ ਜੂ ਗੱਡੀ ਚਲਾਣੀ ਸ਼ੁਰੂ ਕੀਤੀ, ਪਹਿਲਾਂ ਹਾਈਵੇ ਤੇ ਪਿਆ। ਕਹਿੰਦਾ ਉੱਥੋਂ ਲੈ ਕੇ ਫਿਰ ਕਹਿੰਦਾ ਅੱਗੋਂ ਚੰਗਾ ਭਲਾ ਕੱਚਾ ਰਸਤਾ ਸੀ, ਉਹਦੇ ਤੇ ਕਹਿੰਦਾ ਮੈਨੂੰ ਲੈ ਕੇ ਗਿਆ। ਕਹਿੰਦਾ ਜਿਉਂ ਹੀ ਮੈਂ ਉੱਥੇ ਪਹੁੰਚਿਆ ਕਹਿੰਦਾ ਮੈਨੂੰ ਕਹਿੰਦਾ ਆ ਜਾ। ਕਹਿੰਦਾ ਮੈਨੂੰ ਨਾਲ ਲੈ ਕੇ ਨਾ ਤੇ ਉੱਥੇ ਉਹਨੇ ਦਫ਼ਤਰ ਆਪਣਾ ਬਣਾਇਆ ਸੀ, ਉੱਥੇ ਬਿਠਾ ਲਿਆ। ਮੈਨੂੰ ਕਹਿੰਦਾ ਕਿ ਤੂੰ ਕੰਮ ਕਰ ਲਵੇਂਗਾ? ਕਹਿੰਦਾ ਮੈਂ ਕਿਹਾ ਬਿਲਕੁਲ ਕਰ ਲਾਂ। ਕਹਿੰਦਾ ਟੇਰ ਹੀ ਉਹਦੀ ਜ਼ਮੀਨ ਹੈ। ਕਹਿੰਦਾ ਮੈਂ ਕਿਹਾ ਮੈਂ ਕਰ ਲਾਂਗਾ। ਕਹਿੰਦਾ ਹਲਾ ਚੱਲ ਸਹੀ ਹੈ। ਕਹਿੰਦਾ ਉਹਨੇ ਮੈਨੂੰ ਬੂਟ ਦਿੱਤੇ ਲੰਮੇ ਜਿਹੜਾ ਨਾ ਪਲਾਸਟਿਕ ਦੇ। ਕਹਿੰਦਾ ਇਹ ਲੈ ਪਾ ਲੈ ਤੇ ਦਸਤਾਨੇ ਦੇ ਤੂੰ, ਕਹਿੰਦਾ ਆ ਜਾ ਮੇਰੇ ਨਾਲ। ਕਹਿੰਦਾ ਮੈਂ ਉਹਦੇ ਨਾਲ ਟੁਰ ਪਿਆ। ਕਹਿੰਦਾ ਉਹਨੇ ਟਰੈਕਟਰ ਚਲਾਉਣਾ ਸ਼ੁਰੂ ਕਰਤਾ। ਮੈਨੂੰ ਜਿਹੜਾ ਉਹਨੇ ਆਖਿਆ ਪਿੱਛੇ ਖਲੋ ਜਾ। ਕਹਿੰਦਾ ਮੈਂ ਕਿਹਾ ਇਹਦੇ ਕੋਲ ਤੇ ਬੰਦੇ ਹੀ ਕੋਈ ਨਹੀਂ, ਮੈਂ ਤੇ ਇਕੱਲਾ ਇੱਥੇ ਮੌਜਾਂ ਕਰਾਂਗਾ। ਕਹਿੰਦਾ ਅੱਗੇ ਮੈਂ ਜ਼ਿਮੀਂਦਾਰਾ ਕੰਮ ਕੀਤੇ ਆ ਸੀ। ਕਹਿੰਦਾ ਇਸ ਤਰ੍ਹਾਂ ਮੈਂ ਢਲਿਆ ਤੇ ਕਹਿੰਦਾ ਕਾਫੀ ਦੇਰ ਅੱਗੇ ਜਾ ਕੇ ਨਾ ਟਰੈਕਟਰ ਜਿਸ ਢਾਲੇ ਉਸ ਨਾਲ ਕਹਿੰਦਾ ਮੈਂ ਅੱਗੇ ਤੱਕਿਆ ਤੇ ਵਾਮ ਹੀ ਵਾਮ ਜਿਹੜੀ ਹੈ ਕਹਿੰਦਾ ਉਹ ਕੰਮ ਲੱਗੀ ਇਹਦੇ ਕੋਲ। ਕਹਿੰਦਾ ਕੋਈ ਆਲੂ ਖੋਣ ਲੱਗੇ ਹੈ, ਥੱਲਿਓਂ ਪੱਟਣ ਲੱਗੇ ਹੈ, ਕਹਿੰਦਾ ਕੋਈ ਪਿਆਜ਼ਾਂ ਨਾਲ ਲੱਗੇ ਹੈ। ਕਹਿੰਦਾ ਸਾਰੇ ਦੇ ਸਾਰੇ ਕੰਮ ਲੱਗੇ। ਕਹਿੰਦਾ ਮੈਂ ਵੀ ਜਾ ਕੇ ਜਿਹੜਾ ਨਾ ਉਹ ਕੰਮ ਮੈਨੂੰ ਕਹਿੰਦਾ ਕਿ ਇਹ ਕੰਮ ਕਰਨੀ। ਕਹਿੰਦਾ ਮੈਂ ਜਾਂਦਿਆਂ ਸਾਥ ਸ਼ੁਰੂ ਕਰ ਦਿੱਤਾ। ਕਹਿੰਦਾ ਲੱਕ ਤੇ ਸਿੱਧਾ ਕੀਤਾ ਹੀ ਕੋਈ ਨਾ। ਕਹਿੰਦਾ ਜਿੰਨੇ ਬੰਦੇ ਲੱਗੇ ਸੀ ਕੋਈ ਵੀ ਲੱਕ ਸਿੱਧਾ ਕਰਦਾ ਹੀ ਕੋਈ ਨਹੀਂ ਸੀ ਪਿਆ, ਸਾਰੇ ਜਿਹੜਾ ਕੰਮ ਦੱਬੋ ਦੱਬ ਲੱਗੇ ਸੀ। ਕਹਿੰਦਾ ਝਾੜ ਸਾਰਾ ਕੀਤਾ ਤੇ ਮੇਰੀ ਯੱਬ ਨਿਕਲ ਗਈ। ਕਹਿੰਦਾ ਮੈਂ ਕਿਹਾ ਇਹ ਤੇ ਬੜੀ ਮੁਸ਼ਕਲ ਕੰਮ ਹੈ। ਕਹਿੰਦਾ ਆਪੂ ਟਰੈਕਟਰ ਲੈ ਕੇ ਕਦੇ ਤੇ ਟੁਰ ਜਾਂਦਾ, ਕਦੇ ਤੇ ਟੁਰ ਜਾਂਦਾ। ਕਹਿੰਦਾ ਪਰ ਮੈਂ ਚੁੱਪ ਕਰਕੇ ਲੱਗਾ ਰਿਹਾ। ਕਹਿੰਦਾ ਜਿਸ ਵੇਲੇ ਬ੍ਰੇਕ ਹੋਈ ਨਾ ਤੇ ਸਾਰੇ ਬੰਦੇ ਖਲੋਤੇ ਤੇ ਕਹਿੰਦਾ ਕੋਈ ਇੰਡੀਅਨ ਸੀ, ਕੋਈ ਪਾਕਿਸਤਾਨੀ ਸੀ। ਕਹਿੰਦਾ ਅਸੀਂ ਸਾਰੇ ਖਲੋ ਗਏ ਉੱਤੇ। ਮੈਨੂੰ ਪੁੱਛਦੇ ਨੇ ਕਿ ਨਵਾਂ ਹੈ? ਕਹਿੰਦਾ ਮੈਂ ਕਿਹਾ ਜਾ। ਕਹਿੰਦਾ ਮੈਂ ਨਹੀਂ ਸੀ ਨਵਾਂ, ਹੋਰ ਵੀ 4-5 ਬੰਦੇ ਜਿਹੜਾ ਉਹ ਨਵੇਂ ਉੱਥੇ ਆਏ ਸੀ। ਕਹਿੰਦਾ ਸਾਰੇ ਬਹਿ ਕੇ ਗੱਪਾਂ ਲਾਉਣ ਲੱਗ ਪਏ ਕਿ ਕੀ ਘੰਟਾ ਦਿੰਦਾ। ਕਹਿੰਦਾ ਗੱਪਸ਼ਪ ਹੋਈ। ਕਹਿੰਦਾ ਮੈਨੂੰ ਲੱਗਦਾ ਸੀ ਕਿ ਕੰਮ ਮੈਂ ਨਹੀਂ ਕਰ ਸਕਦਾ। ਕਹਿੰਦਾ ਪਰ ਮੈਂ ਕਰ ਵੀ ਹੋਰ ਕੁਝ ਨਹੀਂ ਸੀ ਸਕਦਾ ਕਿਉਂਕਿ ਮੈਨੂੰ ਕੰਮ ਤੇ ਅੱਗੇ ਨਹੀਂ ਸੀ ਲੱਭਦਾ। ਕਹਿੰਦਾ ਬਹਰਹਾਲ ਪੂਰੀ ਦਿਹਾੜ ਲਾਈ। ਕਹਿੰਦਾ ਚੰਗੀ ਯੱਬ ਨਿਕਲ ਗਈ। ਕਹਿੰਦਾ ਸ਼ਾਮੀ ਆਈ ਇੱਕ ਗੱਡੀ। ਕਹਿੰਦਾ ਸਾਨੂੰ ਸਾਰਿਆਂ ਨੂੰ ਜਿਹੜਾ ਉਹਨੇ ਗੱਡੀ 'ਚ ਬਿਠਾਇਆ। ਕਹਿੰਦਾ ਲੈ ਕੇ ਤੇ ਸਿੱਧਾ ਜਾ ਕੇ ਸਾਨੂੰ ਉੱਥੇ ਲਾਹ ਤਾ ਜਿੱਥੇ ਅਸੀਂ ਰਹਿੰਦੇ ਹਾਂ। ਕਹਿੰਦਾ ਸਾਰੇ ਉੱਥੋਂ ਜਿਹੜਾ ਕੋਈ ਟ੍ਰੇਨ ਫੜ ਕੇ, ਕੋਈ ਮੈਟਰੋ ਫੜ ਕੇ ਕਹਿੰਦਾ ਉਹ ਸਾਰੇ ਨਿਕਲ ਗਏ। ਕਹਿੰਦਾ ਮੈਂ ਨੇੜੇ ਹੀ ਰਹਿੰਦਾ ਸਾਂ, ਚਲੋ ਮੈਨੂੰ ਇਹ ਸਹੂਲਤ ਹੋ ਗਈ ਸੀ। ਕਹਿੰਦਾ ਪਹਿਲਾਂ ਤਾਂ ਸੁਬਾਹ ਉੱਠਣ ਹੀ ਨਾ ਹੋਵੇ ਕੰਮ ਵਾਸਤੇ, ਫਿਰ ਬੜੀ ਮੁਸ਼ਕਿਲ ਨਾਲ ਮੈਂ ਉੱਠਿਆ। ਕਹਿੰਦਾ 5 ਵਜੇ ਜਿਹੜਾ ਕੰਮ ਜਿਹੜਾ ਉੱਥੇ ਸਟਾਰਟ ਕਰਨਾ ਸੀ। ਕਹਿੰਦਾ ਕੰਮ ਤੇ ਟੁਰ ਪਏ। ਕਹਿੰਦਾ ਉੱਥੇ ਨਾ ਰੋਟੀ ਬੰਨੀ ਸੀ। ਕਹਿੰਦਾ ਜਾ ਕੇ ਫਿਰ ਕੰਮ ਸ਼ੁਰੂ ਕਰ ਦਿੱਤਾ। ਕਹਿੰਦਾ ਇੱਥੇ ਤੇ ਮਰ ਗਏ ਕੰਮ ਕਰ ਕਰਕੇ, ਇਤਨਾ ਮੁਸ਼ਕਿਲ ਕੰਮ ਸੀ। ਕਹਿੰਦਾ ਆਸਤਾ ਆਸਤਾ ਜਿਹੜਾ ਮੈਂ ਕੋਸ਼ਿਸ਼ ਕਰਾਂ ਕਿ ਥੋੜਾ ਸਾਹ ਲੈ ਲਵਾਂ ਤੇ ਥੋੜਾ ਕੰਮ ਕਰ ਲਵਾਂ। ਕਹਿੰਦਾ ਲੇਕਿਨ ਆ ਕੇ ਮੈਨੂੰ ਆਖਦਾ ਬਾਬਾ ਕਿ ਤੂੰ ਜਿਹੜਾ ਨਾ ਕੰਮ ਸਲੋ ਕਰਨੇ, ਕੰਮ ਸਹੀ ਕਰਿਆ ਕਰ। ਕਹਿੰਦਾ ਮੈਂ ਕਿਹਾ ਠੀਕ ਹੈ ਮੈਂ ਕੰਮ ਸਹੀ ਕਰਾਂਗਾ। ਕਹਿੰਦਾ ਪਰ ਮੈਂ ਨਾਲ ਨਾਲ ਕੰਮ ਕਰਦਾ ਰਿਹਾ, ਮੈਨੂੰ ਨਹੀਂ ਸੀ ਪਤਾ ਕਿ ਬਾਬਾ ਇਹ ਤੱਕਦਾ ਕਿੱਥੋਂ ਰਹਿੰਦਾ। ਕਹਿੰਦਾ ਆਈ ਅਸੀਂ ਬੜੀ ਦੂਰ ਸਾਂ, ਉਹ ਅਗਰ ਟਰੈਕਟਰ ਲੈ ਕੇ ਦੂਰੋਂ ਆਵੇ ਤਾਂ ਵੀ ਸਾਨੂੰ ਨਜ਼ਰ ਆ ਜਾਂਦਾ ਸੀ ਕਿ ਬਾਬਾ ਆਉਂਦਾ ਪਿਆ। ਲੇਕਿਨ ਕਹਿੰਦਾ ਮੈਨੂੰ ਨਹੀਂ ਸਮਝ ਆਉਂਦੀ ਕਿ ਇਹਨੂੰ ਕਿੰਝ ਪਤਾ ਲੱਗ ਜਾਂਦਾ। ਲੇਕਿਨ ਕਹਿੰਦਾ ਖੈਰ ਸਾਰੇ ਇਸੇ ਤਰ੍ਹਾਂ ਕੰਮ ਕਰਦੇ, ਕੋਈ ਬਹਿੰਦਾ ਸੀ, ਕੋਈ ਖਲੋਂਦਾ ਸੀ, ਮੈਨੂੰ ਨਹੀਂ ਸੀ ਪਤਾ ਲੱਗਦਾ ਕਿ ਇੱਕ ਆਇਆ ਦੂਜਾ ਨਹੀਂ ਆਇਆ। ਕਹਿੰਦਾ ਕਈਆਂ ਨੂੰ ਉਹ ਛੁੱਟੀ ਕਰਾ ਬੈਠੇ ਆ ਸੀ ਉੱਥੋਂ ਕੰਮ ਤੋਂ। ਲੇਕਿਨ ਕਹਿੰਦਾ ਮੈਂ ਜਿਹੜਾ ਫਿਰ ਮੈਂ ਕੰਮ ਸਹੀ ਕਰਨ ਲੱਗ ਪਿਆ। ਕਹਿੰਦਾ ਮੈਂ ਨਾ ਇੱਕ ਦਿਨ ਇੰਝ ਹੋਇਆ ਕਿ ਪਾਣੀ ਲੈਣ ਵਾਸਤੇ ਕਹਿੰਦਾ ਜਿਸ ਨੇ ਮੈਂ ਉਹਦੇ ਦਫ਼ਤਰ ਵਾਲਾ ਅੱਗੋਂ ਬਾਬਾ ਉੱਥੇ ਕੋਈ ਨਹੀਂ ਸੀ ਹੈ। ਕਹਿੰਦਾ ਨਾਲ ਹੀ ਮੈਂ ਜਿਸ ਕਮਰੇ 'ਚ ਵੜਿਆ ਤੇ ਦੇਖਿਆ ਜਾ ਕੇ ਤੇ ਉੱਥੇ ਕੈਮਰੇ ਲੱਗੇ ਤੇ ਨਾਲ ਐਡੀ ਵੱਡੀ ਦੂਰਬੀਨ ਪਈ। ਕਹਿੰਦਾ ਮੈਨੂੰ ਸਮਝ ਆ ਗਈ ਇੱਕ ਤੇ ਇਹ ਹੈ ਕਿ ਬਾਬਾ ਉੱਥੇ ਉੱਤੇ ਚੜ੍ਹ ਕੇ ਤੇ ਦੂਰਬੀਨ ਤੇ ਸਾਨੂੰ ਤੱਕਦਾ ਰਹਿੰਦਾ ਕਿ ਇਹ ਕੰਮ ਕੀ ਕਰਦੇ ਨੇ ਪਏ, ਤੇ ਲਾਜ਼ਮੀ ਜਿਹੜਾ ਨਾ ਉੱਥੇ ਅੱਗੇ ਪਿੱਛੇ ਕੈਮਰੇ ਲੱਗੇ ਨੇ, ਕੈਮਰਿਆਂ 'ਚ ਵੀ ਇਹ ਤੱਕਦਾ ਰਹਿੰਦਾ। ਕਹਿੰਦਾ ਬਹਰਹਾਲ ਮੈਂ ਫਿਰ ਸੋਚ ਲਿਆ ਕਿ ਜਿੱਥੇ ਜਿੱਥੇ ਕੈਮਰੇ ਨਜ਼ਰ ਪਏ ਆਉਂਦੇ ਨਾ ਕਹਿੰਦਾ ਉੱਥੇ ਉੱਥੇ ਮੈਂ ਕੰਮ ਜਿਹੜਾ ਉਹ ਬਿਲਕੁਲ ਸਹੀ ਕਰਨਾ। ਕਹਿੰਦਾ ਜਿਉਂ ਹੀ ਫਿਰ ਮੈਂ ਕੰਮ ਤੇ ਗਿਆ। ਕਹਿੰਦਾ ਮੈਂ ਦੱਬੋ ਦੱਬ ਕੰਮ ਕਰਨਾ। ਕਹਿੰਦਾ ਜਿਉਂ ਹੀ ਉੱਥੋਂ ਕੰਮ ਤੋਂ ਛੁੱਟੀ ਹੁੰਦੀ ਸੀ ਨਾ ਮੈਂ ਸਿੱਧਾ ਦਫ਼ਤਰ ਇਹਦੇ ਆ ਗਿਆ। ਕਹਿੰਦਾ ਮੈਂ ਕਿਹਾ ਅਗਰ ਹੋਰ ਕੰਮ ਹੈ ਤਾਂ ਮੈਂ ਕਰ ਲਵਾਂ। ਕਹਿੰਦਾ ਤੂੰ ਥੱਕਿਆ ਨਹੀਂ ਹੈ? ਹੁਣ ਸ਼ਾਮੀ ਸਾਰੇ ਘਰ ਭੇਜਾਉਣੇ। ਕਹਿੰਦਾ ਨਹੀਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ, ਤੂੰ ਅਗਰ ਮੇਰੇ ਕੋਲ ਹੋਰ ਕੰਮ ਕਰਾਉਣਾ ਤੇ ਕਰਾ ਲਾ। ਉਹਨੇ ਆਖਿਆ ਚੱਲ ਸਹੀ ਹੈ ਫਿਰ ਇੱਧਰ ਆ ਜਾ, ਤੂੰ ਇਹ ਫਲਾਣਾ ਕੰਮ ਕਰ ਲੈ। ਕਹਿੰਦਾ ਮੈਂ ਕੰਮ ਕੀਤਾ 2-2.5 ਘੰਟੇ ਹੋਰ ਲਾਏ। ਕਹਿੰਦਾ ਬਾਅਦ ਜਿਹੜਾ ਮੈਨੂੰ ਆਪੂ ਜਿਹੜਾ ਉੱਥੇ ਛੱਡ ਕੇ ਆਇਆ ਟ੍ਰੇਨ ਸਟੇਸ਼ਨ ਤੇ। ਕਹਿੰਦਾ ਉੱਥੋਂ ਜਿਹੜਾ ਫਿਰ ਮੈਂ ਘਰ ਟੁਰ ਗਿਆ। ਕਹਿੰਦਾ ਲੇਕਿਨ ਆਸਤਾ ਆਸਤਾ ਕਰਦਿਆਂ ਨਾ ਉਹ ਬਾਬਾ ਜਿਹੜਾ ਮੈਨੂੰ ਸਮਝ ਆ ਗਈ ਸੀ ਕਿ ਕੈਮਰਿਆਂ 'ਚ ਦੇਖਦਾ। ਕਹਿੰਦਾ ਮੈਂ ਵੀ ਫਿਰ ਆਪਣਾ ਪੂਰਾ ਢਿੱਲਾ ਦਿੱਤਾ। ਕਹਿੰਦਾ ਰੋਜ਼ਾਨਾ ਹੀ ਬੰਦੇ ਚੇਂਜ ਹੁੰਦੇ ਸੀ, ਕਿਸੇ ਕੋਲ ਉੱਥੇ ਖਲੋਣ ਹੀ ਨਹੀਂ ਸੀ ਹੁੰਦਾ। ਕਹਿੰਦਾ ਗਰਮੀ ਇਤਨੀ ਪੈਂਦੀ ਸੀ। ਕਹਿੰਦਾ ਉਸ ਤੋਂ ਬਾਅਦ ਜਿਹੜਾ ਜੇ ਪਲਾਸਟਿਕ ਦੇ ਵਿੱਚ ਵੜ ਜਾਓ ਨਾ ਜਿਹੜੇ ਉਹਨਾਂ ਲਾਏ ਹੁੰਦੇ ਨੇ ਅੰਦਰ ਟਮਾਟਰ ਵਗੈਰਾ,
ਕਹਿੰਦਾ ਉਹਦੇ 'ਚ ਵੜੋ ਤੇ ਪਸੀਨੇ ਨਾਲ ਬੰਦੇ ਨੂੰ ਇੰਝ ਲੱਗਦਾ ਕਿ ਬੰਦੇ ਦੀ ਜਾਨ ਨਿਕਲ ਜਾਏਗੀ, ਲੇਕਿਨ ਕਹਿੰਦਾ ਮੈਂ ਬਰਦਾਸ਼ਤ ਕਰਦਾ ਰਿਹਾ। ਕਹਿੰਦਾ ਸਾਰੇ ਜਿੰਨੇ ਬੰਦੇ ਸੀ ਸਾਰੇ ਛੁੱਟੀ ਕਰ ਗਏ, ਨਵੇਂ ਤੋਂ ਨਵਾਂ ਬੰਦਾ ਆਉਂਦਾ ਸੀ, ਕਹਿੰਦਾ ਮੈਂ ਕੰਮ ਤੇ ਲੱਗਿਆ ਸਾਂ। ਕਹਿੰਦਾ ਮੈਂ ਕਰਦਾ ਰਿਹਾ, ਬਾਬਾ ਬੜਾ ਖੁਸ਼ ਹੋਇਆ ਮੇਰੇ ਤੇ, ਮੈਨੂੰ ਕਹਿੰਦਾ ਕਿ ਟਰੈਕਟਰ ਚਲਾ ਲੈਣੇ। ਕਹਿੰਦਾ ਮੈਂ ਕਿਹਾ ਟਰੈਕਟਰ ਮੈਂ ਚਲਾ ਲੈਣਾ। ਕਹਿੰਦਾ ਸਹੀ ਹੈ, ਫਿਰ ਆ ਟਰੈਕਟਰ ਲੈ ਤੇ ਕਹਿੰਦਾ ਉੱਥੋਂ ਜਾ ਕੇ ਨਾ ਸਮਾਨ ਜਿਹਾ ਚੁੱਕ ਕੇ ਤੇ ਫਲਾਣੀ ਜਗ੍ਹਾ ਉੱਥੇ ਛੱਡ। ਕਹਿੰਦਾ ਮੈਂ ਜਿਹੜਾ ਇੰਝ ਕੀਤਾ, ਟਰੈਕਟਰ ਲਿਆ। ਕਹਿੰਦਾ ਨਾਲ ਹੀ ਜਿਹੜਾ ਮੈਂ ਕਹਿੰਦਾ ਟਰੈਕਟਰ ਬੜਾ ਸੋਹਣਾ ਸੀ, ਯੂਰਪ ਦਾ ਟਰੈਕਟਰ ਆਇਆ। ਕਹਿੰਦਾ ਮੈਂ ਲੈ ਕੇ ਇਸੇ ਸਮਾਨ ਉੱਤੇ ਖੜਿਆ। ਕਹਿੰਦਾ ਨਹੀਂ ਤੂੰ ਤੇ ਬੜਾ ਸੋਹਣਾ ਚਲਾ ਲੈਣਾ। ਕਹਿੰਦਾ ਅੱਗੇ ਵੀ ਆਪਣੇ ਪਾਕਿਸਤਾਨ ਚਲਾਉਂਦੇ ਰਹੇ ਸਾਂ, ਮੈਨੂੰ ਤੇ ਟੈਨਸ਼ਨ ਕੋਈ ਨਹੀਂ ਸੀ ਹੈ। ਕਹਿੰਦਾ ਬਹਰਹਾਲ ਮੈਂ ਜਿਹੜਾ ਨਾ ਉਹ ਟਰੈਕਟਰ ਚਲਾਉਣ ਲੱਗ ਪਿਆ। ਕਹਿੰਦਾ ਆਸਤਾ ਆਸਤਾ ਮੈਨੂੰ ਕਹਿੰਦਾ ਕਿ ਕੋਈ ਹੋਰ ਨਹੀਂ ਹੋਇਆ ਤੇਰੇ ਨਾਲ ਦਾ ਵਰਕਰ। ਕਹਿੰਦਾ ਮੈਂ ਕਿਹਾ ਮੈਂ ਪਤਾ ਕਰਾਂਗਾ, ਲੇਕਿਨ ਕਹਿੰਦਾ ਮੈਂ ਸੋਚਿਆ ਸੀ ਕਿ ਮੈਂ ਕੋਈ ਆਪਣਾ ਬੰਦਾ ਕੋਈ ਨਹੀਂ ਲੈ ਕੇ ਆਉਣਾ, ਭਾਵੇਂ ਜੋ ਮਰਜ਼ੀ ਹੋ ਜੇ। ਕਹਿੰਦਾ ਮੈਂ ਅੱਗੂ ਜਿਹੜਾ ਨਾ ਬਾਬੇ ਨੂੰ ਆਖਿਆ ਕਿ ਜਿਹੜਾ ਨਾ ਇੱਥੇ ਮੇਰਾ ਕੋਈ ਵਰਕਰ ਨਹੀਂ ਹੈ। ਕਹਿੰਦਾ ਬਹਰਹਾਲ ਨਾ ਉਹ ਚੁੱਪ ਕਰਕੇ ਕਹਿੰਦਾ ਸਹੀ ਹੈ। ਕਹਿੰਦਾ ਫਿਰ ਹੋਰ ਕੋਈ ਬੰਦੇ ਲੈ ਕੇ ਆਇਆ, ਉਹਨਾਂ ਵੀ ਕਹਿੰਦਾ ਕੋਨਾ ਕੰਮ ਕੀਤਾ, ਕੰਮ ਹੈ ਹੀ ਬੜਾ ਡੱਡ ਹੈ, ਕਹਿੰਦਾ ਬੰਦਾ ਕੋਈ ਕਰ ਹੀ ਨਹੀਂ ਸਕਦਾ। ਕਹਿੰਦਾ ਮੈਂ ਤੂੰ ਟਰੈਕਟਰ ਵੀ ਚਲਾਉਣ ਲੱਗ ਪਿਆ, ਨਾਲ ਜਿਹੜਾ ਉਹ ਗੰਢੇ ਛੰਡੇ ਖੋਣ ਲੱਗ ਪਿਆ, ਤੇ ਕਹਿੰਦਾ ਇਸ ਤਰ੍ਹਾਂ ਦਾ ਕੰਮ ਕਰਨ ਲੱਗ ਪਿਆ ਆਸਤਾ ਆਸਤਾ। ਕਹਿੰਦਾ ਬਾਬੇ ਨੇ ਮੇਰੀ ਤਨਖਾਹ ਜਿਹੜੀ ਆ ਥੋੜ੍ਹੀ ਜ਼ਿਆਦਾ ਕਰ ਦਿੱਤੀ, ਨਾਲ ਮੈਨੂੰ ਥੋੜ੍ਹਾ ਬਹੁਤ ਪ੍ਰੋਟੋਕੋਲ ਵੀ ਦੇ, ਠੰਡਾ ਪਾਣੀ ਸ਼ਾਣੀ ਦੇ ਹੋਰ ਵੀ ਮੈਂ ਕਹਿੰਦਾ ਝੱਟ ਬਹਿ ਵੀ ਜਾਂ, ਤੇ ਮੈਨੂੰ ਕੁਝ ਨਹੀਂ ਸੀ ਆਖਦਾ। ਕਹਿੰਦਾ ਮੈਂ ਇੱਕ ਦਿਨ ਸੋਚਿਆ ਕਿਉਂ ਨਾ ਇਹਦੇ ਨਾਲ ਮੈਂ ਗੱਲ ਕਰਾਂ। ਕਹਿੰਦਾ ਮੈਂ ਆ ਕੇ ਨਾ ਉਹਦੇ ਨਾਲ ਗੱਲ ਕੀਤੀ ਕਿ ਤੈਨੂੰ ਅਗਰ ਵਰਕਰ ਚਾਹੀਦੇ ਨੇ, ਕਹਿੰਦਾ ਮੈਂ ਮੇਰਾ ਭਰਾ ਹੈ ਉਹ ਵੀ ਪਾਕਿਸਤਾਨ ਜਿਹੜਾ ਇਸ ਤਰ੍ਹਾਂ ਜ਼ਿਮੀਂਦਾਰੀ ਕੰਮ ਕਰਦਾ, ਅਗਰ ਤੈਨੂੰ ਚਾਹੀਦਾ ਤੇ ਉਹਨੂੰ ਇੱਥੇ ਪਾਕਿਸਤਾਨ ਨੂੰ ਬੁਲਾ ਲੈ ਤੇ ਅਸੀਂ ਦੋਵੇਂ ਰਲ ਕੇ ਭਰਾ ਬੜਾ ਸੋਹਣਾ ਕੰਮ ਕਰਾਂਗੇ। ਕਹਿੰਦਾ ਵਾਕਈ। ਕਹਿੰਦਾ ਮੈਂ ਵਾਕਈ। ਕਹਿੰਦਾ ਚੱਲ ਸਹੀ ਹੈ, ਦੇ ਆਪਣੇ ਭਰਾ ਦੀ ਕਾਪੀ ਸ਼ੋਪੀ ਮੈਂ ਵਕੀਲ ਨੂੰ ਦੇਣਾ। ਕਹਿੰਦਾ ਫੋਟੋ ਕਾਪੀ ਪਾਸਪੋਰਟ ਦੀ ਮੰਗਾਈ ਤੇ ਜਾ ਕੇ ਉਹਨੇ ਵਕੀਲ ਨੂੰ ਦਿੱਤੀ, ਤੇ ਕਹਿੰਦਾ ਉਹਨੇ ਵੀਜ਼ਾ ਸ਼ੀਜ਼ਾ ਜਮ੍ਹਾਂ ਕਰਾਇਆ। ਕਹਿੰਦਾ 4-5 ਮਹੀਨੇ ਲੱਗੇ, ਲੇਕਿਨ ਵੀਜ਼ਾ ਜਿਹੜਾ ਨਾ ਉਹਦਾ ਨਿਕਲ ਆਇਆ ਜ਼ਿਮੀਂਦਾਰਾ। ਕਹਿੰਦਾ ਉਹ ਜਿਹੜਾ ਨਾ ਫਿਰ ਇੱਥੇ ਮੇਰੇ ਕੋਲ ਆ ਗਿਆ। ਕਹਿੰਦਾ ਜਿਸ ਵੇਲੇ ਮੇਰੇ ਕੋਲ ਆਇਆ, ਕਹਿੰਦਾ ਅਸੀਂ ਦੋਵੇਂ ਭਰਾ ਕੰਮ ਕਰਨ ਲੱਗ ਪਏ। ਕਹਿੰਦਾ ਪਿੱਛੂ ਜਿਹੜਾ ਨਾ ਭਣੂਜੇ ਨੇ ਰੌਲਾ ਪਾ ਦਿੱਤਾ ਕਿ ਮੈਨੂੰ ਵੀ ਮੰਗਾਓ, ਮੈਂ ਵੀ ਬਾਹਰ ਆਉਣਾ। ਕਹਿੰਦਾ ਮੈਂ ਕਿਹਾ ਅੱਛਾ ਸਬਰ ਕਰ ਜਾ, ਪਹਿਲਾਂ ਇੱਕ ਆਇਆ ਸਾਨੂੰ ਕੰਮ ਕਰ ਲੈਂਦੇ ਫਿਰ ਅਗਲੀ ਗੱਲ ਕਰਾਂ। ਕਹਿੰਦਾ ਮੈਂ ਭਰਾ ਨੂੰ ਆਖਿਆ ਚੁੱਪ ਕਰਕੇ ਸਿਰ ਸੱਟ ਕੇ ਕੰਮ ਕਰਨੀ, ਬਿਲਕੁਲ ਜਿਹੜਾ ਨਾ ਉਹਨੂੰ ਮਹਿਸੂਸ ਨਾ ਹੋਵੇ ਕਿ ਤੈਨੂੰ ਕੰਮ ਡੱਡ ਹੈ ਜਾਂ ਤੂੰ ਕੰਮ ਕਰ ਨਹੀਂ ਸਕਦਾ। ਕਹਿੰਦਾ ਮੈਂ ਉਹਨੂੰ ਚੰਗਾ ਦਬਾ ਕੇ ਰੱਖਿਆ। ਕਹਿੰਦਾ 3 ਮਹੀਨੇ ਫਿਰ ਲਾਏ, ਫਿਰ ਮੈਂ ਉਹਨੂੰ ਆ ਕੇ ਗੱਲ ਕੀਤੀ ਕਿ ਅਗਰ ਤੈਨੂੰ ਹੋਰ ਵਰਕਰ ਚਾਹੀਦਾ ਤੇ ਇਸ ਤਰ੍ਹਾਂ ਹੋਰ ਵੀ ਮੇਰਾ ਇੱਕ ਰਿਸ਼ਤੇਦਾਰ ਆਇਆ ਤੇ ਉਹ ਵੀ ਬਹੁਤ ਸੋਹਣਾ ਕੰਮ ਕਰਦਾ ਹੈ ਜ਼ਿਮੀਂਦਾਰਾ। ਕਹਿੰਦਾ ਬਿਲਕੁਲ ਡੰਗਰਾਂ ਅਸੀਂ ਕੰਮ ਪੇ ਕਰਦੇ ਸਾਂ। ਉਹ ਆਂਦਾ ਠੀਕ ਹੈ ਉਹਨੂੰ ਬੁਲਾ ਲੈਂਦੇ ਹਾਂ। ਕਹਿੰਦਾ ਉਹਦੀ ਪਾਸਪੋਰਟ ਦੀ ਕਾਪੀ ਮੰਗਾਈ ਤੇ ਕਹਿੰਦਾ ਉਹਦੇ ਵੀ ਕਾਗਜ਼ ਜਮ੍ਹਾਂ ਕਰਾਏ। ਕਹਿੰਦਾ ਭਣੂਜਾ ਹੀ ਮੇਰਾ ਕਹਿੰਦਾ ਇੱਥੇ ਪਹੁੰਚ ਆਇਆ। ਕਹਿੰਦਾ ਅਸੀਂ 3 ਬੰਦੇ ਹੋ ਗਏ। ਕਹਿੰਦਾ 3 ਹੋ ਗਏ। ਕਹਿੰਦਾ ਅਸੀਂ ਸੋਚਿਆ ਕਿ ਕਿਉਂ ਨਾ ਆਪਣਾ ਮਕਾਨ ਹੀ ਲੈ ਲਈਏ। ਕਹਿੰਦਾ ਮੈਂ ਬਾਬੇ ਨੂੰ ਆਖਿਆ ਤੇਰਾ ਕੋਈ ਵਾਕਫ ਨਹੀਂ ਹੈ, ਸਾਨੂੰ ਕੋਈ ਮਕਾਨ ਹੀ ਲੈ ਦੇ। ਕਹਿੰਦਾ ਸਹੀ ਹੈ ਮੈਂ ਲੈ ਦਿਆਂਗਾ। ਕਹਿੰਦਾ ਬਾਬੇ ਦੀ ਢੇਰ ਵਾਕਫੀ ਸੀ, ਅੱਗੇ ਪਿੱਛੇ ਸਮਾਨ ਜੇ ਦਿੰਦਾ ਸੀ। ਕਹਿੰਦਾ ਦੂਸਰੇ ਦਿਨ ਹੀ ਉਹਨੇ ਆਖਿਆ ਠੀਕ ਹੈ ਤੁਹਾਡੇ ਵਾਸਤੇ ਮਕਾਨ ਲੱਭ ਗਿਆ। ਕਹਿੰਦਾ ਅਸੀਂ ਐਡਵਾਂਸ ਵੀ ਕੋਨਾ ਦਿੱਤਾ ਤੇ ਮਕਾਨ ਜਿਹੜਾ ਸਾਨੂੰ ਲੱਭ ਗਿਆ। ਕਹਿੰਦਾ ਅਸੀਂ ਉਸ ਮਕਾਨ 'ਚ ਸ਼ਿਫਟ ਹੋ ਗਏ ਤਰਵੇ। ਕਹਿੰਦਾ ਅਸੀਂ ਬੜੇ ਆਰਾਮ ਸਕੂਨ ਨਾਲ ਉੱਥੇ ਰਹਿਣ ਲੱਗ ਪਏ। ਕਹਿੰਦਾ ਮੈਂ ਉਹਨਾਂ ਨੂੰ ਆਖਿਆ ਕਿ ਭਾਈ ਮਿਹਰਬਾਨੀ ਕਰਕੇ ਕੰਮ ਜਿਹੜਾ ਬਿਲਕੁਲ ਸਹੀ ਕਰਨਾ। ਉਹਨੇ ਆਖਿਆ ਜੀ ਬਿਲਕੁਲ ਸਹੀ ਕਰਾਂਗੇ। ਕਹਿੰਦਾ ਫਿਰ ਅਸੀਂ ਇੰਝ ਕੀਤਾ, ਜਿਵੇਂ 2-4 ਮਹੀਨੇ ਚੰਗੇ ਟਿਕਾ ਕੇ ਲਾਏ ਨਾ। ਕਹਿੰਦਾ ਮੈਂ ਫਿਰ ਕੀਤੀ ਗੱਲ ਬਾਬੇ ਨਾਲ ਕਿ ਮੇਰਾ ਕਹਿੰਦਾ ਵੱਡਾ ਭਰਾ ਹੀ ਇਹ ਪਾਕਿਸਤਾਨ ਸੀ। ਕਹਿੰਦਾ ਮੈਂ ਕਿਹਾ ਤੂੰ ਅਗਰ ਦੇ ਸਕਨੇ ਹੋਰ ਵੀਜ਼ਾ ਤੇ ਦੇ ਤਾਂ ਕਿ ਉਹ ਵੀ ਆ ਜੇ। ਕਹਿੰਦਾ ਬਾਬਾ ਖੁਸ਼ ਹੈ ਕਿ ਉਹਦੀ ਟੈਨਸ਼ਨ ਮੁੱਕੀ ਸੀ, ਮੈਂ ਟਰੈਕਟਰ ਚਲਾ ਲੈਂਦਾ ਤੇ ਇਹਨਾਂ ਨੇ ਕੰਮ ਚੰਗਾ ਸੰਭਾਲਿਆ ਸੀ। ਕਹਿੰਦਾ ਫਿਰ ਉਹਨੇ ਉਹਦਾ ਵੀਜ਼ਾ ਦੇਤਾ, ਵੱਡੇ ਭਰਾ ਦਾ ਵੀ। ਕਹਿੰਦਾ ਅਸੀਂ 4 ਬੰਦੇ ਹੋ ਗਏ ਜ਼ਿਮੀਂਦਾਰਾ ਕੰਮ ਤੇ ਹੀ। ਕਹਿੰਦਾ ਅਸੀਂ ਜਿਹੜਾ ਉੱਥੇ ਛਾਏ ਪਏ ਸਾਂ ਪੂਰੇ। ਕਹਿੰਦਾ ਆਸਤਾ ਆਸਤਾ ਮੈਂ ਸੋਚਿਆ ਕਿ ਹੁਣ ਸਾਡੇ ਕੋਲ ਜ਼ਿਮੀਂਦਾਰਾ ਤੇ ਸਾਰੀ ਜ਼ਿੰਦਗੀ ਹੋਣਾ ਕੋਈ ਨਹੀਂ, ਹੁਣ ਅਸੀਂ ਕੋਈ ਹੋਰ ਕਰੀਏ। ਕਹਿੰਦਾ ਵੱਡੇ ਭਰਾ ਨੂੰ ਮੈਂ ਆਖਿਆ ਕਿ ਤੁਹਾਨੂੰ ਜਿਹੜਾ ਨਾ ਦੁਕਾਨ ਬਣਾ ਕੇ ਦਿੰਦੇ ਆ। ਕਹਿੰਦਾ ਇਸ ਤਰ੍ਹਾਂ ਹੀ ਕੀਤਾ ਕਿ ਉਹਨੂੰ ਜਿਹੜਾ ਨਾ ਇੱਕ ਦੁਕਾਨ ਲੈ ਕੇ ਨਾ ਤੇ ਉਹਨੂੰ ਉਹ ਬਣਾ ਦਿੱਤੀ। ਕਹਿੰਦਾ ਵੱਡਾ ਭਰਾ ਦੁਕਾਨ ਤੇ ਬਹਿ ਗਿਆ, ਭਣੂਜਾ ਆਖੇ ਕਿ ਮੈਨੂੰ ਬਿਠਾਓ। ਕਹਿੰਦਾ ਮੈਂ ਕਿਹਾ ਸਬਰ ਕਰ ਜੋ, ਪਹਿਲਾਂ ਇਹਨੂੰ ਪੈ ਲੈਂਦੇ ਹੋ, ਜੇ ਦੁਕਾਨ ਚੱਲ ਗਈ ਤੇ ਫਿਰ ਅੱਗੂ ਹੋਰ ਸੋਚਨੇ ਆ। ਕਹਿੰਦਾ ਇਸ ਤਰ੍ਹਾਂ ਕਰਕੇ ਵੱਡੇ ਭਰਾ ਨੂੰ ਉੱਥੇ ਬਿਠਾਇਆ। ਕਹਿੰਦਾ ਜਿਹੜੀ ਤਨਖਾਹ ਲੈਣੀ ਜੋ ਵੀ ਲੈਣਾ ਤੇ ਕਹਿੰਦਾ ਉਹਦੇ 'ਚ ਪਾ ਦੇਣਾ। ਕਹਿੰਦਾ ਆਸਤਾ ਆਸਤਾ ਜਿਹੜਾ ਸਾਡੀ ਦੁਕਾਨ ਜਿਹੜੀ ਆ ਚੰਗੀ ਭਲੀ ਚੱਲਣ ਲੱਗ ਪਈ। ਕਹਿੰਦਾ ਲੇਕਿਨ ਉਹਨੂੰ ਜਿਸ ਵੇਲੇ ਵੱਡੇ ਭਰਾ ਨੂੰ ਛਡਾਇਆ ਸੀ ਨਾ, ਦੱਸਿਆ ਕਿ ਇਸ ਤਰ੍ਹਾਂ ਉਹ ਬਿਮਾਰ ਹੈ ਤੇ ਉਹ ਕੰਮ ਨਹੀਂ ਕਰ ਸਕਦਾ। ਕਹਿੰਦਾ ਪਰ ਉਹਨੇ ਕੋਈ ਨਾ ਮਹਿਸੂਸ ਕੀਤਾ। ਉਹਨੇ ਆਖਿਆ ਠੀਕ ਹੈ, ਜਿਸ ਟਾਈਮ ਠੀਕ ਹੋਇਆ ਨਾ ਅਗਰ ਚਾਹੇ ਤਾਂ ਫਿਰ ਕੰਮ ਤੇ ਆ ਜੇ। ਲੇਕਿਨ ਕਹਿੰਦਾ ਉਹਨੂੰ ਤਾਂ ਸੀ ਨਾ ਪਤਾ ਕਿ ਅਸਾਂ ਦੁਕਾਨ ਬਣਾ ਲਈ ਹੈ। ਬਹਰਹਾਲ ਕਹਿੰਦਾ ਉਹ ਦੁਕਾਨ ਜਿਹੜੀ ਸਾਡੀ ਸੋਹਣੀ ਚੱਲ ਪਈ। ਕਹਿੰਦਾ ਉਸ ਤੋਂ ਬਾਅਦ ਅਸੀਂ ਸੋਚਿਆ ਇਹ ਕਿ ਦੂਸਰੇ ਭਰਾ ਨੂੰ ਵੀ ਜਿਹੜਾ ਨਾ ਉਹਨੂੰ ਆਖਿਆ ਜਾ ਭਾਈ ਨਾਲ ਤੂੰ ਜਾ ਕੇ ਕੰਮ ਕਰ, ਇੱਥੋਂ ਕਿਹੜੇ ਪੈਸੇ ਪੇ ਲੱਭਦੇ ਨੇ। ਕਹਿੰਦਾ ਉਹਨੂੰ ਵੀ ਉੱਥੋਂ ਛਿਕਿਆ ਤੇ ਕਹਿੰਦਾ ਦੁਕਾਨ ਤੇ ਤੋੜ ਦਿੱਤਾ। ਕਹਿੰਦਾ ਪਿੱਛੇ ਰਹਿ ਗਏ ਮੈਂ ਤੇ ਭਣੂਜਾ। ਕਹਿੰਦਾ ਅਸੀਂ ਕੰਮ ਕਰਨ ਲੱਗ ਪਏ, ਭਣੂਜੇ ਨੂੰ ਲੱਗੇ ਅੱਗ ਕਿ ਮੈਂ ਗਰਮੀ 'ਚ ਕੰਮ ਪਿਆ ਕਰਨਾ, ਇਹ ਜਿਹੜਾ ਦੋਏ ਉੱਥੇ ਸੈੱਟ ਹੋ ਗਏ ਨੇ। ਕਹਿੰਦਾ ਮੈਂ ਉਹਨੂੰ ਆਖਿਆ ਭਾਈ ਗੱਲ ਸੁਣ, ਤੇਰਾ ਅਗਰ ਕਿਰੇ ਹੱਥ ਪੈਂਦਾ ਜਾਂ ਕੋਈ ਦੁਕਾਨ ਪਾ ਸਕਨੇ ਤੇ 100 ਬਿਸਮਿਲ੍ਲਾ ਤੂੰ ਦੁਕਾਨ ਪਾ ਲੈ, ਲੇਕਿਨ ਇਹ ਯਾਦ ਰੱਖੀ ਕਿ ਮੈਂ ਜਿਹੜਾ ਨਾ ਉਹ ਦੁਕਾਨਾਂ ਆਪਣੇ ਭਰਾਵਾਂ ਵਾਸਤੇ ਬਣਾਈਆਂ ਨੇ ਤੇ ਉਹਨਾਂ ਉੱਥੇ ਹੀ ਚਲਾਉਣੀਆਂ ਨੇ, ਤੇ ਤੂੰ ਆਪਣਾ ਜੋ ਵੀ ਕਰਨਾ ਤੂੰ ਕਰ ਸਕਨੇ, ਤੈਨੂੰ ਮੈਂ ਸਿਰਫ ਬਾਹਰ ਹੀ ਲਿਆਉਣਾ ਸੀ।
ਬਹਰਹਾਲ ਕਹਿੰਦਾ ਉਹਨੇ ਮੂੰਹ ਸ਼ੂ ਢੇਰ ਬਣਾਇਆ, 2-4 ਦਿਹਾੜੇ ਮੇਰੇ ਨਾਲ ਬੋਲਿਆ ਕੋ ਨਾ, ਮੈਂ ਨਹੀਂ ਬੋਲਣਾ ਤੇ ਨਾ ਬੋਲ। ਕਹਿੰਦਾ ਅੱਗੋਂ ਨਾਲ ਇੱਕ ਰੈਸਟੋਰੈਂਟ ਵੀ ਅਸਾਂ ਬਣਾ ਲਿਆ। ਕਹਿੰਦਾ ਕਰਦਿਆਂ ਕਹਿੰਦਾ ਸਾਡਾ ਕੰਮ ਜਿਹੜਾ ਬਹੁਤ ਜ਼ਿਆਦਾ ਹੋ ਗਿਆ। ਕਹਿੰਦਾ ਬਾਬੇ ਨੂੰ ਮੈਂ ਆਖਿਆ ਕਿ ਮੈਂ ਹੁਣ ਮਜ਼ੀਦ ਕੰਮ ਨਹੀਂ ਕਰ ਸਕਦਾ, ਇਸ ਵਾਸਤੇ ਤੂੰ ਅਗਰ ਹੋਰ ਵਰਕਰ ਰੱਖਣੇ ਤੇ ਰੱਖ ਲੈ। ਕਹਿੰਦਾ ਸਾਲ ਸਾਰਾ ਕੀਤਾ, ਕਹਿੰਦਾ ਮੈਂ ਵੀ ਛੱਡ ਦਿੱਤਾ। ਕਹਿੰਦਾ ਅਸੀਂ ਜਿਹੜਾ ਤੇਰੇ ਭਰਾ ਲਾਦਾ ਹੋ ਗਏ ਭਣੂਜੇ ਨੂੰ, ਮੈਂ ਆਖਿਆ ਜੇ ਕਰਨਾ ਹੀ ਤੇ ਠੀਕ ਹੈ, ਨਹੀਂ ਕਰਨਾ ਤੇ ਅੱਗੋਂ ਤੇਰੀ ਮਰਜ਼ੀ। ਕਹਿੰਦਾ ਉਹ ਇਕੱਲਾ ਹੋ ਗਿਆ ਉੱਥੇ। ਕਹਿੰਦਾ ਬਾਜੀ ਉਹਨੇ ਕੱਲਿਆ ਹੋ ਕੇ ਨਾ ਤੇ ਤਕਰੀਬਨ 6 ਕੁ ਮਹੀਨੇ ਉੱਥੇ ਲਾਏ। ਉਹਨੇ ਇਹ ਸੋਚਿਆ ਸੀ ਕਿ ਚਲੋ ਮੈਂ ਕੋਈ ਪਾਕਿਸਤਾਨ ਨੂੰ ਹੋਰ ਬੰਦਾ ਬੁਲਾ ਲਾਂਗਾ, ਲੇਕਿਨ ਕਹਿੰਦਾ ਬਾਬਾ ਜਿਹੜਾ ਨਾ ਉਹ ਹੁਣ ਬੰਦਾ ਬੁਲਾਉਣ ਦੇ ਹੱਕ ਵਿੱਚ ਨਹੀਂ ਸੀ ਹੈ। ਕਹਿੰਦਾ ਉਹਨੇ ਬਾਬੇ ਨਾਲ ਜਾ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਜਿਹੜਾ ਮੈਂ ਬੰਦਾ ਬੁਲਾਉਣਾ। ਉਹਨੇ ਆਖਿਆ ਜੀ ਮੈਂ ਹੁਣ ਹੋਰ ਪਾਕਿਸਤਾਨ ਤੋਂ ਤੁਹਾਡਾ ਬੰਦਾ ਨਹੀਂ ਬੁਲਾਉਣਾ। ਉਹਨੇ ਨਾ ਕਰ ਦਿੱਤੀ। ਕਹਿੰਦਾ ਮੇਰੇ ਕੋਲ ਵਾਪਸ ਆਇਆ, ਕਹਿੰਦਾ ਯਾਰ ਮੇਰਾ ਵੀ ਕੁਝ ਕਰੋ, ਮੈਨੂੰ ਵੀ ਕੋਈ ਦੁਕਾਨ ਬਣਾ ਕੇ ਦਿਓ। ਕਹਿੰਦਾ ਮੈਂ ਕਿਹਾ ਅਸੀਂ ਦੁਕਾਨ ਕੋਈ ਨਹੀਂ ਬਣਾ ਕੇ ਦੇਣੀ, ਅਸੀਂ ਕਿਸੇ ਨਾਲ ਗੱਲ ਕਰ ਸਕਦੇ, ਚਲੋ ਇਹ ਕੰਮ ਛੱਡ ਕੇ ਕਿਤੇ ਫੈਕਟਰੀ ਲਾ ਜਾ। ਕਹਿੰਦਾ ਉਹਦੇ ਨੇ ਇਹ ਗੱਲ ਕੀਤੀ ਤੇ ਉਹਨੇ ਕਿਹਾ ਹਾਲਾ ਮੈਨੂੰ ਕਿਤੇ ਫੈਕਟਰੀ ਲਵਾ ਦਿਓ। ਕਹਿੰਦਾ ਫਿਰ ਉਹਨੂੰ ਜਾ ਕੇ ਗੱਲ ਕਰਕੇ ਫੈਕਟਰੀ ਲਵਾਇਆ। ਕਹਿੰਦਾ ਅਸੀਂ ਤੇਰੇ ਭਰਾ ਜਿਹੜਾ ਚਲਾਉਣ ਲੱਗ ਪਏ। ਕਹਿੰਦਾ ਅੱਗੋਂ ਫਿਰ ਆਪਣੀ ਬੜੀ ਵੱਡੀ ਮਾਰਕੀਟ ਬਣਾਈ ਉੱਥੇ। ਕਹਿੰਦਾ ਚੰਗਾ ਸਾਡਾ ਕੰਮ ਸੈੱਟ ਹੋ ਗਿਆ। ਕਹਿੰਦਾ ਬੜੇ ਸੋਹਣਾ ਕੰਮ ਆਪਣਾ ਨਿਜ਼ਾਮ ਚੱਲਦਾ ਪਿਆ, ਇਹ ਵੀ ਚੱਲਦਾ ਪਿਆ। ਲੇਕਿਨ ਜਿੱਥੋਂ ਕਹਿੰਦਾ ਸ਼ੁਰੂ ਕੀਤਾ ਨਾ ਕਦੇ ਸੋਚਿਆ ਨਹੀਂ ਸੀ ਹੈ ਕਿ ਜਿਹੜਾ ਬਾਬਾ ਜਿਹੜਾ ਸਾਡੇ ਹੱਥ ਨੇ ਕੰਮ ਆ ਜਾਏਗਾ ਤੇ ਅਸੀਂ ਸਾਰੇ ਭਰਾ ਜਿਹੜਾ ਇੱਥੇ ਬਾਹਰ ਆ ਕੇ ਤੇ ਮਾਰਕੀਟਾਂ ਬਣਾ ਕੇ ਬਹਿ ਜਾਾਂਗੇ। ਲੇਕਿਨ ਕਹਿੰਦਾ ਮੁਸ਼ਕਿਲ ਜਿਹੜਾ ਦੇਖੀ ਹੈ ਤੇ ਉਹਦੇ ਤੋਂ ਬਾਅਦ ਹੀ ਜਿਹੜਾ ਕਹਿੰਦਾ ਮੈਨੂੰ ਕੋਈ ਸਹੂਲਤ ਲੱਭੀ ਹੈ ਤੇ ਕਹਿੰਦਾ ਅਸੀਂ ਬੜੇ ਹੁਣ ਪੁਰਸਕੂਨ ਆ ਤੇ ਰੱਜ ਪੈਸਾ ਪਾਕਿਸਤਾਨ ਵੀ ਤੋੜ ਦਿੱਤਾ, ਰੱਜ ਦੁਕਾਨਾਂ ਪਾਕਿਸਤਾਨ ਬਣਾਈਆਂ ਨੇ, ਮਾਰਕੀਟਾਂ ਬਣਾਈਆਂ ਨੇ। ਕਹਿੰਦਾ ਕੋਠੀ ਆਪਣੀ ਹੈ। ਕਹਿੰਦਾ ਬੜਾ ਮਾਹੌਲ ਸ਼ੋਲ ਹੈ ਉੱਥੇ, ਠੀਕ ਹੈ, ਡੇਰਾ ਸ਼ੇਰਾ ਬਣਾਏ ਹੈ, ਲੇਕਿਨ ਕਹਿੰਦਾ ਸਾਰਾ ਪੈਸਾ ਇੱਥੋਂ ਹੀ ਨਿਕਲੇ ਹੈ। ਕਹਿੰਦਾ ਬਹਰਹਾਲ ਜਿਹੜਾ ਬਾਬਾ ਉਹ ਸਾਡੇ ਨਾਲ ਨਾਰਾਜ਼ ਆ, ਲੇਕਿਨ ਕੋਈ ਮਸਲਾ ਨਹੀਂ। ਲੇਕਿਨ ਇਹ ਹੈ ਕਿ ਚਲੋ ਸਾਡਾ ਆਪਣਾ ਜਿਹੜਾ ਨਾ ਸੂਟਾ ਜਿਹੜਾ ਚੰਗਾ ਸੂਤਰ ਗਿਆ ਸੀ। ਬਾਕੀ ਇਹ ਕਿ ਮੇਰੀ ਵੀਡੀਓ ਤੁਹਾਨੂੰ ਅਗਰ ਅੱਛੀ ਲੱਗੇ ਤਾਂ ਕੋਸ਼ਿਸ਼ ਕਰਿਆ ਕਰੋ ਯਾਰ, ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਕੋਸ਼ਿਸ਼ ਲਾਜ਼ਮੀ ਕਰਿਆ ਕਰੋ। ਅਗਰ ਵੀਡੀਓ ਪੂਰੀ ਦੇ ਦਿਓ ਤਾਂ ਲਾਈਕ ਕਰਿਆ ਕਰੋ, ਕਮੈਂਟਸ ਕਰ ਦਿਓ ਤਾਂ ਹੋਰ ਦਿਲ ਖੁਸ਼ ਹੋ ਜਾਂਦਾ ਹੈ। ਬਾਕੀ ਆਪਣੀ ਸਿਹਤ ਦਾ ਤੁਸੀਂ ਲਾਜ਼ਮੀ ਖਿਆਲ ਰੱਖਿਆ ਕਰੋ।